ਸੁੰਦਰਮ ਫਾਈਨਾਂਸ ਲਿਮਟਿਡ ਜਿਹੜੀ ਕਿ ਚੇਨਈ ਬਿਲੋਂਗ ਕਰਦੀ ਆ, ਉਹਨਾਂ ਦੀ ਬ੍ਰਾਂਚ ਆ ਲੁਧਿਆਣੇ ਵਿੱਚ ਆਪਣੇ ਵਿੱਚ। ਉਹਨਾਂ ਦਾ ਅਸੀਂ ਲੋਨ ਅਪਲਾਈ ਕੀਤਾ, ਉਹਨਾਂ ਨੇ ਸਾਨੂੰ ਲੋਨ ਦਿੱਤਾ 10 ਲੱਖ ਰੁਪਏ ਦਾ। ਉਸ ਤੋਂ ਬਾਅਦ ਜਿਵੇਂ ਟਰਮ ਐਂਡ ਕੰਡੀਸ਼ਨ ਸੀ ਵੀ 36 ਕਿਸ਼ਤਾਂ ਵਿੱਚ ਅਸੀਂ ਇਹ ਲੋਨ ਵਾਪਸ ਕਰਾਂਗੇ, ਉਹ ਅਸੀਂ 36 ਕਿਸ਼ਤਾਂ ਇਨ ਟਾਈਮ ਸਾਰਾ ਕੁਝ ਦੇਤਾ ਉਹਨਾਂ ਨੂੰ। ਅੱਗੇ ਲੋਨ ਜਿਵੇਂ ਉਹਨਾਂ ਨੇ ਕਿਹਾ ਉਵੇਂ ਇੱਕ ਵਾਪਸ ਕਰਤਾ। ਅੱਗੇ NOC ਦੇਤੀ 14/12/2020 ਨੂੰ ਉਸ ਲੋਨ ਦੀ, ਜਿਹੜੇ ਅਸੀਂ ਲੋਨ ਲੈਤਾ ਸੀ ਵੀ ਤੁਹਾਡੇ ਜਿਹੜੇ ਪੈਸੇ ਆ ਸਾਰੇ ਵਾਪਸ ਆ ਗਏ ਆ, ਵੀ ਅਸੀਂ ਤੁਹਾਨੂੰ ਇਹ NOC ਇਸ਼ੂ ਕਰਦੇ ਆ। ਆਹ ਸਾਡੀ NOC ਆ। ਇਸ ਦੌਰਾਨ ਤੁਹਾਡਾ ਕੋਈ ਚੈੱਕ ਨਹੀਂ ਬਾਉਂਸ ਹੋਇਆ ਕਿਸੇ ਤਰੀਕੇ ਦਾ? ਕੁਛ ਨਹੀਂ ਹੋਇਆ ਜੀ, ਜ਼ੀਰੋ। ਉਸ ਤੋਂ ਡੇਢ ਪੌਣੇ 2 ਸਾਲ ਬਾਅਦ ਅਸੀਂ ਬੈਂਕ ਆਫ ਇੰਡੀਆ ਤੋਂ ਇੱਕ ਲੋਨ ਅਪਲਾਈ ਕੀਤਾ। ਉਹ ਲੋਨ ਅਪਲਾਈ ਕਰਨ ਤੋਂ ਬਾਅਦ ਸਾਨੂੰ ਉਹਨਾਂ ਦੇ ਚੀਫ ਮੈਨੇਜਰ ਮਿਸ ਅਮਨ ਕੌਰ ਸਾਹੀ, ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਖਾਤਾ ਉਹ ਸਬ ਸਟੈਂਡਰਡ ਆ, ਵੀ ਤੁਸੀਂ ਅਨਸੈਟਿਸਫੈਕਟਰੀ ਆ ਤੁਹਾਡਾ ਅਕਾਊਂਟ, ਅਤੇ ਤੁਸੀਂ ਕੋਈ ਲੋਨ ਲਿਆ ਹੋਊ 10 ਲੱਖ ਰੁਪਏ, ਉਹਦੀ ਕਿਸ਼ਤ ਨਹੀਂ ਆ, ਵੀ ਤੁਸੀਂ ਲੱਭ ਕੇ ਦੱਸੋ ਵੀ ਇਹ ਕਿਹਦਾ ਲੋਨ ਆ। ਉਹਦੇ ਵਿੱਚ ਤੁਹਾਡੇ 1127 ਰੁਪਏ ਹਜੇ ਡਿਊ ਨੇ। ਸਬ ਸਟੈਂਡਰਡ ਦਾ ਮਤਲਬ ਉਹ ਮੰਨਦੇ ਆ, ਕਹਿੰਦੇ NPA ਕਰਤਾ, ਨਾਨ ਪੇਇੰਗ ਅਕਾਊਂਟ। ਇਹਨਾਂ ਨੇ ਅਗਸਤ 2021 ਵਿੱਚ 1127 ਰੁਪਏ ਸਾਡੇ ਖਾਤੇ ਵਿੱਚ ਖੜੇ ਕਰਤੇ, ਜਿਹੜੇ ਕਿ 1.5 ਸਾਲ ਉਮੀਕਰ ਪਏ ਰਹੇ। 1.5 ਸਾਲ ਬਾਅਦ ਉਹ ਖਾਤਾ NPA ਹੋ ਗਿਆ। ਨਾ ਤਾਂ ਸਾਨੂੰ ਇਨਫੋਰਮ ਕੀਤਾ ਸੁੰਦਰਮ ਫਾਈਨਾਂਸ ਲਿਮਟਿਡ ਨੇ, ਔਰ ਨਾ ਹੀ ਸਾਨੂੰ ਇਨਫੋਰਮ ਕੀਤਾ ਸੀਬਲ ਨੇ। ਉਸ ਤੋਂ ਬਾਅਦ ਬੈਂਕ ਨੇ ਸਾਨੂੰ ਆ ਲਿਖ ਕੇ ਦੇਤਾ ਵੀ ਤੁਸੀਂ ਜਿਹੜੇ SRTO ਦੇ ਅੰਡਰ ਸਕੀਮ ਦੇ ਅੰਡਰ ਤੁਸੀਂ ਲੋਨ ਲੈਣਾ ਸੀ ਨਾ, ਉਹ ਤੁਹਾਨੂੰ ਅਸੀਂ ਲੋਨ ਨਹੀਂ ਦੇ ਸਕਦੇ। ਉਹਦਾ ਕਾਰਨ ਇਹ ਆ ਵੀ ਤੁਹਾਡਾ ਜਿਹੜਾ ਖਾਤਾ ਉਹ ਸਬ ਸਟੈਂਡਰਡ ਆ, ਕਿਉਂਕਿ ਇਹਨਾਂ ਨੇ ਠੀਕ ਕਰਵਾਤੇ ਸੀਬਲ ਤੋਂ, ਔਰ ਸੀਬਲ 6 ਮਹੀਨਿਆਂ ਵਿੱਚ ਉਹ ਸਬ ਸਟੈਂਡਰਡ ਤੋਂ ਸਟੈਂਡਰਡ ਹੋਊ ਸਾਡਾ ਖਾਤਾ। ਉਹਨੂੰ 6 ਮਹੀਨੇ ਲੱਗਦੇ ਆ ਜੀ। ਇਸ ਕਰਕੇ ਹਜੇ ਵੀ ਅਸੀਂ ਸਬ ਸਟੈਂਡਰਡ ਹੀ ਹਾਂ। ਔਰ ਇਹਨਾਂ ਤੋਂ ਹੀ ਸੁੰਦਰਮ ਫਾਈਨਾਂਸ ਤੋਂ ਹੀ ਅਸੀਂ ਕਰੋੜਾਂ ਰੁਪਏ ਦੇ ਲੋਨ ਲੈਤੇ ਤੇ ਕਰੋੜਾਂ ਰੁਪਇਆ ਵਾਪਸ ਕੀਤਾ। ਔਰ ਸਾਨੂੰ ਨਹੀਂ ਪਤਾ ਪਿੱਛੇ ਦਾ ਨਾ ਕਦੇ ਨਹੀਂ ਅੱਜ ਤੱਕ। ਤੁਸੀਂ ਡਿਫਾਲਟਰ ਆ। ਫਿਰ ਵੀ ਅਸੀਂ ਵੀ ਇਹ ਸੁੰਦਰਮ ਫਾਈਨਾਂਸ ਲਿਮਟਿਡ ਤੇ ਸੀਬਲ ਇਹ ਦੋਹਾਂ ਦਾ ਕਸੂਰ ਆ। जनहितैषी TRP नहीं खरीदते, भरोसा जीतते हैं हम। नमस्कार, मैं संदीप शर्मा एक बार फिर तुहाडे नाल रूबरू हो रहे हैं। दोस्तों, अक्सर असी देखते हैं कि NBFCs या होर बैंकिंग जिहड़े फाइनैंशियल सर्विसिज कंपनियां हैगियां, उन्हां वल्लों जिहड़ा आम जनता हैगी है, जिहड़े कर धारक हैगे आ, लोन लैन वाले लोग हैगे आ, उन्हां दा शोषण कीता जांदा। पर कदी भी कोई जिहड़े करदाता है जिहड़े कर लैंदे हैगे आ, ऋण लैंदे आ, लोन लैंदे आ, ਉਹ ਆਵਾਜ਼ ਨਹੀਂ ਚੱਕ ਪਾਉਂਦੇ ਜਾਂ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ, ਕਿਉਂਕਿ ਜਿਹੜੀ ਕੰਪਨੀਆਂ ਹੈਗੀਆਂ ਲੋਨ ਦੇਣ ਵਾਲੀਆਂ ਉਹ ਬਹੁਤ ਵੱਡੀਆਂ ਹੁੰਦੀਆਂ ਅਤੇ ਆਮ ਆਦਮੀ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ ਉਹਨਾਂ ਦੀ ਵੱਡੀ ਅਪਰੋਚ ਜਾਂ ਵੱਡੀ ਜਿਹੜੀ ID ਦੇ ਸਾਹਮਣੇ, ਇੱਕ ਉਹਨਾਂ ਦੇ ਆਈਡੈਂਟੀਫਿਕੇਸ਼ਨ ਦੇ ਸਾਹਮਣੇ। ਪਰ ਅੱਜ ਅਸੀਂ ਪਹੁੰਚੇ ਹਾਂ ਇੱਕ ਇੱਦਾਂ ਦੇ ਹੀ ਇੱਕ ਹੋਰ ਮਸਲਾ ਸਾਹਮਣੇ ਆਇਆ, ਜਿਹਦੇ ਵਿੱਚ ਅਸੀਂ ਪਹੁੰਚੇ ਹਾਂ ਇੱਕ ਟਰਾਂਸਪੋਰਟ ਕੰਪਨੀ ਦੇ ਵਿੱਚ। ਸੋ ਲੁਧਿਆਣਾ ਦੀ ਐਕੂਰੇਟ ਟਰਾਂਸਪੋਰਟ ਕੰਪਨੀ ਹੈਗੀ ਹੈ, ਜਿਹਦੇ ਜਿਹੜੇ ਹੈਗੇ ਆ ਮਾਲਕ ਹੈ ਜਨਕਰਾਜ ਗੋਇਲ ਜੀ। ਸੋ ਇਹਨਾਂ ਨਾਲ ਵੀ ਇੱਕ ਇੱਦਾਂ ਦਾ ਹੀ ਧੱਕਾ ਹੋਇਆ। ਇੱਕ ਵਾਰ ਨਹੀਂ ਹੋਇਆ, 2 ਵਾਰ ਕੁਛ ਇਹੋ ਜਿਹੇ ਧੱਕੇ ਹੋਏ ਜੋ ਇਹ ਆਰੋਪ ਲਗਾ ਰਹੇ ਨੇ। ਸੋ ਆਓ ਜਾਣਦੇ ਹਾਂ, ਸੁਣਦੇ ਹਾਂ ਕਿ ਕੀ ਹੋਇਆ ਅਤੇ ਕਿੱਦਾਂ ਇਹਨਾਂ ਨਾਲ ਧੱਕਾ ਹੋਇਆ, ਕਿੱਦਾਂ ਇਹਨਾਂ ਦਾ ਵੀ ਸ਼ੋਸ਼ਣ ਹੋਇਆ। ਸਰ ਨਮਸਕਾਰ। ਨਮਸਕਾਰ ਜੀ। ਤੁਸੀਂ ਆਏ ਸਾਡੇ ਕੋਲੇ, ਸ਼ੁਕਰੀਆ ਤੁਹਾਡਾ ਜੀ। ਅਸੀਂ ਇੱਕ ਲੋਨ ਲਿਆ ਸੀ 2017 ਦੇ ਵਿੱਚ ਜੀ, ਇੱਕ ਕਮਰਸ਼ੀਅਲ ਵਹੀਕਲ ਦਾ। ਕਿਹੜੀ ਕੰਪਨੀ ਤੋਂ? ਸੁੰਦਰਮ ਫਾਈਨਾਂਸ ਲਿਮਟਿਡ ਜਿਹੜੀ ਕਿ ਚੇਨਈ ਬਿਲੋਂਗ ਕਰਦੀ ਆ, ਉਹਨਾਂ ਦੀ ਬ੍ਰਾਂਚ ਆ ਲੁਧਿਆਣੇ ਵਿੱਚ ਆਪਣੇ ਵਿੱਚ। ਉਹਨਾਂ ਦਾ ਅਸੀਂ ਲੋਨ ਅਪਲਾਈ ਕੀਤਾ, ਉਹਨਾਂ ਨੇ ਸਾਨੂੰ ਲੋਨ ਦਿੱਤਾ 10 ਲੱਖ ਰੁਪਏ ਦਾ। ਅਸੀਂ ਜੋ ਡਾਕੂਮੈਂਟ ਮੰਗੇ ਅਸੀਂ ਸਬਮਿਟ ਕੀਤੇ, ਸਭ ਕੁਛ ਕਰਕੇ ਉਹਨੂੰ ਲੋਨ ਸਾਨੂੰ ਦੇਤਾ। ਉਦੋਂ ਬਾਅਦ ਜਿਵੇਂ ਟਰਮ ਐਂਡ ਕੰਡੀਸ਼ਨ ਸੀ ਵੀ 36 ਕਿਸ਼ਤਾਂ ਵਿੱਚ ਅਸੀਂ ਇਹ ਲੋਨ ਵਾਪਸ ਕਰਾਂਗੇ, ਉਹ ਅਸੀਂ 36 ਕਿਸ਼ਤਾਂ ਇਨ ਟਾਈਮ ਸਾਰਾ ਕੁਝ ਦੇਤਾ ਉਹਨਾਂ ਨੂੰ। ਅੱਗੇ ਲੋਨ ਜਿਵੇਂ ਉਹਨਾਂ ਨੇ ਕਿਹਾ ਉਵੇਂ ਇੱਕ ਵਾਪਸ ਕਰਤਾ। ਸਾਨੂੰ ਉਹਨਾਂ ਨੇ ਅੱਗੇ NOC ਦੇਤੀ 14/12/2020 ਨੂੰ ਉਸ ਲੋਨ ਦੀ, ਜਿਹੜੇ ਅਸੀਂ ਲੋਨ ਲੈਤਾ ਸੀ ਵੀ ਤੁਹਾਡੇ ਜਿਹੜੇ ਪੈਸੇ ਆ ਸਾਰੇ ਵਾਪਸ ਆ ਗਏ ਆ, ਵੀ ਅਸੀਂ ਤੁਹਾਨੂੰ ਇਹ NOC ਇਸ਼ੂ ਕਰਦੇ ਆ। ਆਹ ਸਾਡੀ NOC ਆ। ਇਸ ਦੌਰਾਨ ਤੁਹਾਡਾ ਕੋਈ ਚੈੱਕ ਨਹੀਂ ਬਾਉਂਸ ਹੋਇਆ ਕਿਸੇ ਤਰੀਕੇ ਦਾ? ਕੁਛ ਨਹੀਂ ਹੋਇਆ ਜੀ, ਜ਼ੀਰੋ। ਪੂਰੇ 36 ਕਿਸ਼ਤਾਂ ਦੇ ਦਿੱਤੀਆਂ 36 ਹਾਂ, ਤੇ ਤੁਹਾਨੂੰ ਉਹਨਾਂ ਨੇ NOC ਸਾਨੂੰ ਇਸ਼ੂ ਕਰਤੀ। ਅਸੀਂ ਉਸ NOC ਲੈ ਕੇ ਅਸੀਂ ਰਿਲੇਟਡ ਜਿਹੜੇ ਨਾਲ ਜਿੱਥੋਂ ਸਾਡੀ ਗੱਡੀ ਰਜਿਸਟਰਡ ਸੀ ਉੱਥੇ ਗਏ, ਅਤੇ ਜਿਹੜੀ RC ਦੇ ਉੱਤੇ ਆਪਾਂ ਹਾਈਪੋਥੀਕੇਸ਼ਨ ਆ ਉਹ ਅਸੀਂ ਡਿਲੀਟ ਕਰਵਾਤੀ। ਠੀਕ ਹੈ, ਮਤਲਬ ਉਹ ਵੀ ਉਤਰ ਗਈ ਜੀ। ਫਿਰ ਧੱਕਾ ਕਿੱਥੇ ਹੋਇਆ? ਧੱਕਾ ਇਹ ਹੈ ਜੀ ਵੀ 12ਵੇਂ ਮਹੀਨੇ 2020 ਦੇ ਵਿੱਚ
ਅਸੀਂ ਸਾਰਾ ਕੁਝ ਦੇਤਾ, ਸਭ ਕੁਝ ਦੇਤਾ। ਉਦੋਂ ਬਾਅਦ ਅਸੀਂ ਇੱਕ ਲੋਨ ਅਪਲਾਈ ਕੀਤਾ ਜੁਲਾਈ 22 ਦੇ ਵਿੱਚ। ਅੱਛਾ, ਜੁਲਾਈ 22 ਦੇ ਵਿੱਚ ਤਕਰੀਬਨ 1.5 2 ਸਾਲ ਬਾਅਦ ਜੀ। ਅੱਛਾ, ਜਦੋਂ ਤੁਸੀਂ ਐਨਓਸੀ ਲੈ ਲਈ, ਹਾਈਪੋਥੀਕੇਸ਼ਨ ਕਟਾਤੀ, ਉਸ ਤੋਂ 1.5 ਪੌਣੇ 2 ਸਾਲ ਬਾਅਦ ਅਸੀਂ ਬੈਂਕ ਆਫ ਇੰਡੀਆ ਤੋਂ ਇੱਕ ਲੋਨ ਅਪਲਾਈ ਕੀਤਾ। ਉਹ ਲੋਨ ਅਪਲਾਈ ਕਰਨ ਤੋਂ ਬਾਅਦ ਸਾਨੂੰ ਉਹਨਾਂ ਦੇ ਚੀਫ ਮੈਨੇਜਰ ਮਿਸ ਅਮਨ ਕੌਰ ਸਾਹੀ ਜੀ, ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਖਾਤਾ ਉਹ ਸਬ ਸਟੈਂਡਰਡ ਆ। ਅੱਛਾ ਜੀ, ਵੀ ਤੁਸੀਂ ਅਨਸੈਟਿਸਫੈਕਟਰੀ ਆ ਤੁਹਾਡਾ ਅਕਾਊਂਟ, ਤੇ ਤੁਸੀਂ ਕੋਈ ਲੋਨ ਲਿਆ ਹੋ 10 ਲੱਖ ਰੁਪਏ, ਉਹਦੀ ਕਿਸ਼ਤ ਨਹੀਂ ਆ, ਵੀ ਤੁਸੀਂ ਲੱਭ ਕੇ ਦੱਸੋ ਵੀ ਇਹ ਕਿਹਦਾ ਲੋਨ ਆ। ਉਹਦੇ ਵਿੱਚ ਤੁਹਾਡੇ 1127 ਰੁਪਏ ਹਜੇ ਡਿਊ ਨੇ। ਓਕੇ, ਲੋਨ ਕਿੰਨੇ ਦਾ ਲਿੱਤਾ ਸੀ ਤੁਸੀਂ? 10 ਲੱਖ ਰੁਪਏ ਦਾ ਜੀ, ਤੇ ਡਿਊ ਰਹਿ ਗਏ 1127 ਰੁਪਏ ਤੁਹਾਡੇ। ਤੇ ਇਸ ਕਰਕੇ ਤੁਹਾਡਾ ਖਾਤਾ ਜਿਹੜਾ ਸਬ ਸਟੈਂਡਰਡ ਕਰਤਾ। ਸਬ ਸਟੈਂਡਰਡ ਦਾ ਮਤਲਬ ਉਹ ਮੰਨਦੇ ਆ, ਕਹਿੰਦੇ NPA ਕਰਤਾ, ਨਾਨ ਪੇਇੰਗ ਅਕਾਊਂਟ, ਜਿਨ੍ਹਾਂ ਨੇ ਵੀ ਪੈਸੇ ਨਹੀਂ ਦਿੱਤੇ, ਕਿਉਂਕਿ 1.5 ਸਾਲ ਤੋਂ। ਅੱਛਾ, ਇਹਨਾਂ ਦਸੰਬਰ ਅਸੀਂ 2020 'ਚ ਸਾਡਾ ਖਾਤਾ ਬਿਲਕੁਲ ਨਿਲ ਹੋ ਗਿਆ। ਇਹਨਾਂ ਨੇ ਉਹੀ ਪੈਸੇ ਦੁਬਾਰੇ ਖੜੇ ਕਰਤੇ 1127 ਰੁਪਏ ਅਗਸਤ 2021 'ਚ। ਠੀਕ ਹੈ ਜੀ, ਆਹ ਸਿਬਲ ਦੀ ਰਿਪੋਰਟ ਆ। ਅੱਛਾ ਜੀ, ਇਹਨਾਂ ਨੇ ਅਗਸਤ 2021 ਵਿੱਚ 1127 ਰੁਪਏ ਸਾਡੇ ਖਾਤੇ ਵਿੱਚ ਖੜੇ ਕਰਤੇ, ਜਿਹੜੇ ਕਿ 1.5 ਸਾਲ ਉਮੀਕਰ ਪਏ ਰਹੇ। 1.5 ਸਾਲ ਬਾਅਦ ਉਹ ਖਾਤਾ NPA ਹੋ ਗਿਆ। ਉਹ NPA ਹੋਣ ਨਾਲ ਸਾਡਾ ਤੁਹਾਨੂੰ 1.5 ਸਾਲ 'ਚ ਕੋਈ ਸੰਪਰਕ ਨਹੀਂ ਕੀਤਾ ਗਿਆ, ਸਿੱਧਾ ਤੁਹਾਡੇ ਅਕਾਊਂਟ 'ਚ ਪੈਸੇ ਖੜੇ ਕਰ ਦਿੱਤੇ ਗਏ। ਔਰ ਤੁਹਾਨੂੰ 1.5 ਸਾਲ ਬਾਅਦ ਜਦੋਂ ਤੁਸੀਂ ਕੋਈ ਨਵਾਂ ਲੋਨ ਲੈਣ ਗਏ ਤੇ ਉਦੋਂ ਤੁਹਾਨੂੰ ਪਤਾ ਲੱਗਿਆ ਤੁਹਾਡਾ ਸਿਬਲ ਖਰਾਬ ਹੈ। ਸਿਬਲ ਖਰਾਬ ਆ ਜੀ। ਸਾਨੂੰ 1.5 ਸਾਲ ਵਿੱਚ ਨਾ ਤਾਂ ਸਾਨੂੰ 1127 ਵਾਸਤੇ ਜੀ, ਨਾ ਤਾਂ ਸਾਨੂੰ ਇਨਫੋਰਮ ਕੀਤਾ ਸੁੰਦਰ ਫਾਈਨਾਂਸ ਲਿਮਟਿਡ ਨੇ, ਔਰ ਨਾ ਹੀ ਸਾਨੂੰ ਇਨਫੋਰਮ ਕੀਤਾ ਸਿਬਲ ਨੇ ਵੀ ਤੁਹਾਡਾ ਇਹ ਖਾਤਾ NPA ਆ, ਵੀ ਤੁਸੀਂ ਉਹਨਾਂ ਦੇ 1127 ਰੁਪਏ ਦੇਣੇ ਆ ਕਿ ਨਹੀਂ ਦੇਣੇ। ਠੀਕ ਹੈ ਕਿ ਨਹੀਂ ਜੀ। ਉਦੋਂ ਬਾਅਦ ਬੈਂਕ ਨੇ ਸਾਨੂੰ ਆ ਲਿਖ ਕੇ ਦੇਤਾ ਵੀ ਤੁਸੀਂ ਜਿਹੜੇ SRTO ਦੇ ਅੰਡਰ ਸਕੀਮ ਦੇ ਅੰਡਰ ਤੁਸੀਂ ਲੋਨ ਲੈਣਾ ਸੀ ਨਾ, ਉਹ ਤੁਹਾਨੂੰ ਅਸੀਂ ਲੋਨ ਨਹੀਂ ਦੇ ਸਕਦੇ। ਉਹਦਾ ਕਾਰਨ ਇਹ ਆ ਵੀ ਤੁਹਾਡਾ ਜਿਹੜਾ ਖਾਤਾ ਉਹ ਸਬ ਸਟੈਂਡਰਡ ਆ। ਠੀਕ ਹੈ ਜੀ, ਵੀ ਤੁਹਾਡੇ ਅਕਾਊਂਟ NPA, ਇਸ ਕਰਕੇ ਤੁਹਾਨੂੰ ਇਹ ਨਹੀਂ ਦੇ ਸਕਦੇ। ਠੀਕ ਹੈ, ਅਸੀਂ ਲਿਖ ਕੇ ਦਿੱਤਾ, ਇਹ ਲਿਖ ਕੇ ਤਾਂ ਜੀ 25/7/2022 ਨੂੰ। 25/7/2022 ਨੂੰ। ਤੇ ਅੱਜ ਅਸੀਂ ਖੜੇ ਹਾਂ ਜਿਹੜਾ ਹੈਗਾ 11ਵੇਂ ਮਹੀਨੇ 'ਚ। 11ਵੇਂ ਮਹੀਨੇ 'ਚ ਖੜੇ, ਮਤਲਬ 5 ਮਹੀਨੇ ਬਾਅਦ ਆਪਾਂ ਆਏ ਹਾਂ। ਨਹੀਂ, ਕਿਉਂਕਿ ਅਸੀਂ ਵੀ ਚੁੱਪ ਹੋ ਗਏ ਸੀ ਜੀ। ਅਸੀਂ ਇਹਨਾਂ ਨੂੰ ਨਾ ਇੱਕ ਨੋਟਿਸ ਭੇਜਿਆ ਸੀ ਵਕੀਲ ਦਾ ਜੀ। ਇਹ 3 ਮਹੀਨੇ ਕੁਛ ਨਹੀਂ ਬੋਲੇ। ਅਸੀਂ ਇਹਨਾਂ ਦੀ ਮੜੀਆਂ ਮਿੰਨਤਾਂ ਕੱਢੀਆਂ ਵੀ ਕਰਵਾ ਦਿਓ। ਇਹ ਦਰਅਸਲ ਇਹਨਾਂ ਨੂੰ ਨਹੀਂ ਪਤਾ ਲੱਗਿਆ ਵੀ 1127 ਰੁਪਏ ਹੈ ਕੀ ਆ। ਉਦੋਂ ਬਾਅਦ ਜਦੋਂ ਅਸੀਂ ਇੱਕ ਨੋਟਿਸ ਭੇਜਿਆ ਵਕੀਲ ਦਾ, ਇਹਨਾਂ ਦੇ MD ਦੇ ਨਾਂ 'ਤੇ ਮਿਸਟਰ ਰਾਜੂ ਨੇ, ਇਹਨਾਂ ਦੇ MD CMD, ਉਹਨਾਂ ਨੂੰ ਨੋਟਿਸ ਭੇਜਿਆ, ਤਾਂ ਫਿਰ ਉਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਲੱਭੋ ਕੀ ਆ। ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਕੋਈ TDS ਆ ਪੁਰਾਣਾ, ਜਦ ਕਿ ਉਹ TDS ਅਸੀਂ ਪੇ ਕਰ ਚੁੱਕੇ ਹਾਂ, ਔਰ ਉਹਨਾਂ ਦਾ ਇਹਨਾਂ ਨੇ ਕਲੇਮ ਵੀ ਲੈ ਚੁੱਕਿਆ ਇਨਕਮ ਟੈਕਸ ਡਿਪਾਰਟਮੈਂਟ 'ਚੋਂ। ਠੀਕ ਹੈ ਜੀ। ਪਰ ਫਿਰ ਵੀ ਕਿਉਂਕਿ ਵੱਡੀ ਕੰਪਨੀ ਆ, ਕੋਈ ਸੁਣਦਾ ਨਹੀਂ ਹੈ, ਉੱਥੇ ਸੁਣਵਾਈ ਨਹੀਂ ਹੈ। ਜਿਵੇਂ ਸੰਦੀਪ ਜੀ ਨੇ ਪਹਿਲਾਂ ਕਹਿ ਕੇ ਹਟੇ ਆ ਵੀ ਮਾ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਇਹਨਾਂ ਨਾਲ ਨਜਾਇਜ਼ ਕਰਦੇ ਆ, ਤੇ ਕੋਈ ਬੋਲਦਾ ਨਹੀਂ ਹੈ। ਤੇ ਅਸੀਂ ਬਹੁਤ ਤਪੇ ਹੋਏ ਹਾਂ, ਇਸ ਲਈ ਅਸੀਂ ਬੋਲ ਪਏ ਹੁਣ। ਅੱਛਾ, ਤੁਸੀਂ ਵੀ 5 ਮਹੀਨੇ ਬਾਅਦ ਬੋਲੇ, ਕੀ ਗੱਲ 5 ਮਹੀਨੇ? ਕਿਉਂਕਿ ਇੱਕ ਸਾਡੇ ਨਾਲ ਹੋਰ ਕੇਸ ਹੋ ਗਿਆ ਕੱਲ। ਅੱਛਾ, ਕੱਲ ਬੈਂਕ ਨੇ ਸਾਨੂੰ ਸਾਡੀ ਇੱਕ ਹੋਰ ਗੱਡੀ ਆ, ਸਾਡੀ ਦੂਜੀ ਫਰਮ ਆ ਐਕੂਰੇਟ ਕੈਰੀਅਰ ਪ੍ਰਾਈਵੇਟ ਲਿਮਟਿਡ, ਸੇਮ ਕੰਪਨੀ, ਸੇਮ ਸੁੰਦਰ ਫਾਈਨਾਂਸ। ਹਾਂ, ਸੁੰਦਰ ਫਾਈਨਾਂਸ ਨਹੀਂ, ਉਹ ਇੱਕ ਹੋਰ 2700 ਕੁਛ ਰੁਪਏ ਕੱਢੇ ਹੋਏ ਆ ਉਹਨਾਂ ਨੇ। ਉਹ 2700 ਕੁਛ ਰੁਪਏ ਸਾਨੂੰ ਬੈਂਕ ਨੇ ਫੇਰ ਸਾਨੂੰ ਆਹ ਰਿਪੋਰਟ ਦਿੱਤੀ। ਆਹ ਸਾਡੀ ਗੱਡੀ ਨੰਬਰ ਆ, ਉਹ ਕੱਢੇ ਇਹਨਾਂ ਨੇ 2349 ਰੁਪਏ। ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਦੱਸਿਆ ਜਾਵੇ ਵੀ 2349 ਰੁਪਏ ਹੈ ਕਾਹਦੇ ਆ ਇਹ। ਇਸ ਵਾਰੀ ਕਿੰਨੇ ਦਾ ਲੋਨ ਲਿੱਤਾ ਸੀ? ਇਹ ਵੀ 10 ਲੱਖ ਰੁਪਏ ਦਾ ਸੀ। ਓਕੇ, ਤੇ ਤੁਸੀਂ ਵੀ ਮਤਲਬ ਇਹਨਾਂ ਦੇ ਪੱਕੇ ਗਾਹਕ ਹੋਏ ਆ ਕੀ ਸੀਗਾ? ਜਿਵੇਂ ਪਹਿਲਾਂ ਇੱਕ ਵਾਰੀ ਤੁਹਾਡੇ ਨਾਲ ਧੱਕਾ ਹੋ ਗਿਆ, ਤੁਸੀਂ ਫਿਰ ਉਸੇ ਕੰਪਨੀ ਕੋਲ ਚਲੇ? ਨਹੀਂ, ਇਹ ਤਾਂ 2019 'ਚ ਲਿਆ ਸੀ ਜੀ ਲੋਨ। ਉਹ 17 ਪਹਿਲਾਂ ਹੀ ਲੱਤਾ ਹੋਇਆ ਸੀ। ਇਹ ਤਾਂ ਲਾਸਟ ਮੂਮੈਂਟ ਤੇ ਹੈ ਜੀ। ਹੁਣ ਜਿਹੜੇ ਪਹਿਲੇ 1117 ਰੁਪਏ 27 ਰੁਪਏ ਜਿਹੜੇ ਸੀਗੇ, ਉਹ ਤੁਹਾਡੇ ਫਿਰ ਉਹਨਾਂ ਨੇ ਵਾਪਸ ਲਿੱਤੇ ਜਾਂ ਤੁਹਾਨੂੰ ਦੇਣੇ ਪਏ? ਨਹੀਂ, ਅਸੀਂ ਕੁਛ ਨਹੀਂ ਪੈਸਾ ਦਿੱਤਾ, ਕਿਉਂਕਿ ਅਸੀਂ ਦੇਣੀ ਨਹੀਂ ਸੀ। ਅੱਛਾ, ਸਾਡੇ ਬੰਦੇ ਹੀ ਨਹੀਂ ਸੀ। 2 ਸਾਲ ਡਿਫਾਲਟਰ ਰਹੇ ਫ੍ਰੀ ਦੇ। ਹੁਣ ਵੀ ਡਿਫਾਲਟਰ ਆ। ਅੱਛਾ, ਕਿਉਂਕਿ ਇਹਨਾਂ ਨੇ ਠੀਕ ਕਰਵਾਤੇ ਸੀਬਲ ਤੋਂ, ਔਰ ਸੀਬਲ 6 ਮਹੀਨਿਆਂ ਵਿੱਚ ਉਹ ਸਬ ਸਟੈਂਡਰਡ ਤੋਂ ਸਟੈਂਡਰਡ ਹੋਊ ਸਾਡਾ ਖਾਤਾ। ਉਹਨੂੰ 6 ਮਹੀਨੇ ਲੱਗਦੇ ਆ ਜੀ। ਇਸ ਕਰਕੇ ਹਜੇ ਵੀ ਅਸੀਂ ਸਬ ਸਟੈਂਡਰਡ ਹੀ ਹਾਂ। ਇਹ ਕਹਿੰਦੇ ਅਸੀਂ ਕਰਵਾਤੇ, ਉਹ ਖਾਤੇ ਵਿੱਚੋਂ ਨਿਕਲ ਚੁੱਕਿਆ, ਅਸੀਂ ਚੈੱਕ ਕਰਵਾ ਲਿਆ, ਲੇਕਿਨ ਸਬ ਸਟੈਂਡਰਡ ਹੀ ਆ। ਮਤਲਬ ਤੁਸੀਂ ਸਬ ਸਟੈਂਡਰਡ ਹੋ, ਤੁਸੀਂ ਇੱਕ ਤਰ੍ਹਾਂ ਦਾ ਜੇ ਸਿਬਲ ਦੀ ਉਸ 'ਚ ਦੇਖੀਏ, ਨਜ਼ਰ 'ਚ ਦੇਖੀਏ, ਜਿਹੜੇ ਪਲੇਟਫਾਰਮ 'ਤੇ ਦੇਖੀਏ, ਤੇ ਤੁਸੀਂ ਇੱਕ ਸਬ ਸਟੈਂਡਰਡ ਲੋਨ ਕਰਤਾ ਰਿਸਕੀ ਹੋ, ਮਤਲਬ ਰਿਸਕੀ ਆ ਜੀ। ਅਗਰ ਅਸੀਂ ਜਿਵੇਂ ਸਾਡਾ ਬੈਂਕ ਦੇ ਵਿੱਚ ਸਾਡੀ 20 ਸਾਲਾਂ ਦੇ ਖਾਤੇ ਆ, ਸਾਡੀ ਰੈਪੂਟੇਸ਼ਨ ਆ, ਸਾਡੀ ਆਪਣੀ ਰੈਪੂਟੇਸ਼ਨ ਆ ਜੀ,
ਤੇ ਇਸ ਕਰਕੇ ਸਾਡੇ ਕੰਮ ਹੋਈ ਜਾਂਦੇ ਆ। ਅਦਰਵਾਈਜ਼ ਅਗਰ ਅਸੀਂ ਕਿਸੇ ਹੋਰ ਬੈਂਕ ਵਿੱਚ ਜਾਂਦੇ ਆ, ਕਿਸੇ ਹੋਰ ਫਾਈਨਾਂਸ ਇੰਸਟੀਟਿਊਸ਼ਨ ਵਿੱਚ ਕੋਈ ਲੋਨ ਲੈਣ ਜਾਂਦੇ ਆ, ਤਾਂ ਸਾਨੂੰ ਉਹ ਲੋਨ ਦੇਣ ਤੋਂ ਇਨਕਾਰ ਕਰ ਦੇਣਗੇ 100%। ਜੀ, ਤੇ ਟੈਂਟੇਟਿਵਲੀ ਤੁਹਾਡੀ ਕਿੰਨੀ ਕੁ ਟਰਨਓਵਰ ਹੈ, ਮੈਂ ਜਾਣ ਸਕਦਾ ਸਰ? 6 ਕਰੋੜ ਦੇ ਕਰੀਬ ਆ ਗਰੁੱਪ ਦੀ? ਹਾਂਜੀ, 6 ਕਰੋੜ ਰੁਪਏ ਦੀ ਟਰਨਓਵਰ ਹੈ, ਪਰ ਤੁਸੀਂ ਡਿਫਾਲਟਰ ਆ ਜੀ। ਠੀਕ ਹੈ। ਔਰ ਇਹਨਾਂ ਤੋਂ ਹੀ ਸੁੰਦਰਮ ਫਾਈਨਾਂਸ ਤੋਂ ਹੀ ਅਸੀਂ ਕਰੋੜਾਂ ਰੁਪਏ ਦੇ ਲੋਨ ਲੈਤੇ ਤੇ ਕਰੋੜਾਂ ਰੁਪਇਆ ਵਾਪਸ ਕੀਤਾ। ਅੱਛਾ। ਔਰ ਸਾਨੂੰ ਨਹੀਂ ਪਤਾ ਕਦੀ ਕੋਈ ਪਿੱਛੇ ਕਿਸ਼ਤ ਨਹੀਂ ਟੁੱਟੀ? ਨਾ ਕਦੇ ਨਹੀਂ ਅੱਜ ਤੱਕ। ਫਿਰ ਵੀ ਤੁਸੀਂ ਡਿਫਾਲਟਰ ਹੋ? ਡਿਫਾਲਟਰ ਆ ਫਿਰ ਵੀ ਅਸੀਂ ਤਾਂ ਹੀ ਡਿਫਾਲਟਰ। ਤੁਸੀਂ ਹੱਸ ਰਹੇ ਹੋ। ਹੁਣ ਜਨਾਬ ਕੀ ਕਰੀਏ, ਅਸੀਂ ਤਾਂ ਸਿਰਫ ਇੱਕ ਚੀਜ਼ ਕਹਿਣੇ ਆ ਵੀ ਇਹ ਸੁੰਦਰਮ ਫਾਈਨਾਂਸ ਲਿਮਟਿਡ ਤੇ ਸੀਬਲ, ਇਹ ਦੋਹਾਂ ਦਾ ਕਸੂਰ ਆ ਜੀ। ਜਦੋਂ ਕੋਈ ਵੀ ਫਾਈਨਾਂਸ ਇੰਸਟੀਚਿਊਟ ਸੀਬਲ ਨੂੰ ਜਾਂ ਉਹਦੇ ਰਿਲੇਟਡ ਕੋਈ ਹੋਰ ਬਿਊਰੋ ਨੂੰ ਆਪਣੀ ਰਿਪੋਰਟ ਭੇਜਦਾ, ਤੇ ਬਿਊਰੋ ਨੂੰ ਚਾਹੀਦਾ ਵੀ ਉਹ ਕਲਾਇੰਟ ਤੋਂ, ਆਪਣੇ ਕਸਟਮਰ ਤੋਂ ਇਹ ਪਤਾ ਕਰੇ ਵੀ ਉਹ ਜਿਹੜੀ ਕ੍ਰਾਸ ਚੈੱਕ ਕਰੇ ਵੀ ਉਹਨੇ ਉਨੇ ਪੈਸੇ ਲਏ ਆ। ਇੱਕ ਰਿਪੋਰਟ ਭੇਜ ਦਿੰਦਾ ਉਹ ਆਪਣੇ ਖਾਤੇ ਵਿੱਚ ਜਮ੍ਹਾਂ ਕਰ ਦਿੰਦਾ, ਬੈਂਕ ਕੱਢ ਕੇ ਦੇਖਦਾ। ਕਈ ਥਾਵਾਂ 'ਤੇ ਮੈਂ ਵੀ ਦੇਖਿਆ ਵੀ ਉਹਨੇ ਪੈਸੇ ਲਏ ਹੀ ਨਹੀਂ ਹੁੰਦੇ, ਤੇ ਉਹ ਕਹਿੰਦਾ ਜੀ ਤੁਸੀਂ ਪੈਸੇ ਲਏ ਹੋਏ ਆ ਇਹ ਫਾਈਨਾਂਸ ਦੇ ਚੋਂ। ਸੋ ਅਸੀਂ ਜਿੰਨੇ ਗੁਨਾਹਗਾਰ ਸੁੰਦਰਮ ਫਾਈਨਾਂਸ ਲਿਮਟਿਡ ਆ, ਉਨੇ ਹੀ ਗੁਨਾਹਗਾਰ ਸੀਬਲ ਔਰ ਉਹਦੇ ਨਾਲ ਦੇ ਜਿਹੜੇ ਹੋਰ ਆ, ਇੱਕ ਇਕੋਫਲੈਕਸ ਆ ਇਹਨਾਂ ਦੀ ਕੋਈ ਕੰਪਨੀ। ਅੱਛਾ ਜੀ। ਉਹ ਵੀ ਗੁਨਾਹਗਾਰ ਉਨੇ ਹੀ ਆ ਜਿੰਨੇ ਮਾਗੇ ਫਾਈਨਾਂਸ ਸੀ, ਜਿਹੜੀ ਨੌਨ ਬੈਂਕਿੰਗ ਫਾਈਨੈਂਸ਼ੀਅਲ ਸਰਵਿਸ ਆ ਇਹਨਾਂ ਦੀ। ਗੁਨਾਹਗਾਰ ਹੋਏ ਜੀ ਸਰ ਮੈਂ ਹੁਣ 1127 ਰੁਪਏ ਦੇਣੇ ਨਹੀਂ ਜੀ, ਉਹਨਾਂ ਨੇ ਤਾਂ ਜਮ੍ਹਾਂ ਕੀਤੇ ਹੋਏ। ਉਹਨਾਂ ਨੇ ਰਿਪੋਰਟ ਭੇਜੀ ਹੈ ਨਾ ਸੀਬਲ ਨੇ, ਉਹਨੂੰ ਵੀ ਇਹ NPA ਅਕਾਊਂਟ ਆ। ਸੁੰਦਰਮ ਨੇ ਗਲਤ ਭੇਜੀ, ਉਹਨਾਂ ਨੇ ਐਕਸੈਪਟ ਕਰ ਲਈ, ਉਹਨਾਂ ਨੇ ਉਹੀ ਰਿਪੋਰਟ ਬੈਂਕ ਨੂੰ ਭੇਜਤੀ। ਸਾਡਾ ਕੀ ਕਸੂਰ ਆ? ਇਸ ਕਰਕੇ ਅਸੀਂ ਸੀਬਲ ਨੂੰ ਵੀ ਕਹਾਂਗੇ, ਅਸੀਂ RBI ਨੂੰ ਬੇਨਤੀ ਕਰਦੇ ਹਾਂ ਵੀ ਇਹ ਚੈੱਕ ਲਾਇਆ ਜਾਵੇ ਫਾਈਨਾਂਸ ਇੰਸਟੀਚਿਊਟ 'ਤੇ ਵੀ, ਬੈਂਕਿੰਗ 'ਤੇ ਵੀ, ਔਰ ਜਿਹੜੀਆਂ ਇਹ ਕੰਪਨੀਆਂ ਨੇ ਜਿੰਨੀ ਦੀ ਕੋਈ ਵੈਲਿਊ ਨਹੀਂ ਹੈ ਸੀਬਲ ਦੀ ਤੇ ਉਹਦੀ। ਹਾਂਜੀ। ਕਹਿੰਦੇ ਨਾ ਤੁਸੀਂ ਇੱਕ ਰਿਪੋਰਟ ਸੀਬਲ ਦੀ ਜਾਂ ਹੋਰ ਵੀ ਕਿਸੇ ਫਾਈਨੈਂਸ਼ੀਅਲ ਇੰਸਟੀਚਿਊਟ ਦੀ ਕੋਈ ਰਿਪੋਰਟ ਲੈਣੇ ਹੋਣਾ, ਉਹਦੇ ਥੱਲੇ ਜਿਵੇਂ ਆਪਾਂ ਕੋਈ ਮੈਡੀਕਲ ਰਿਪੋਰਟ ਲੈਣੇ ਆਣਾ, ਉਹ ਥੱਲੇ ਲਿਖਿਆ ਹੁੰਦਾ ਵੀ ਇਹ ਨੋਟ ਫਾਰ ਲੀਗਲ ਪਰਪਜ਼, ਇਹਦੇ ਵਿੱਚ ਵੀ ਇਹ ਲਿਖਿਆ ਹੁੰਦਾ। ਬਟ ਸਾਡੇ ਬੈਂਕਿੰਗ, ਸਾਡਾ ਨੌਨ ਬੈਂਕਿੰਗ ਜਿਹੜੇ ਇੰਸਟੀਚਿਊਟ ਆ, ਉਹਨੂੰ ਇੰਨੀ ਕੁ ਹਾਵੀ ਬਣਾਇਆ ਹੋਇਆ ਸੀਬਲ ਤੇ ਹੋਰ ਨਾਲ ਲੱਗਦਿਆਂ ਨੂੰ। ਅਗਰ ਤੁਹਾਡਾ ਸੀਬਲ, ਚਾਹੇ ਸੀਬਲ ਦੀ ਗਲਤੀ ਆ ਜਾਂ ਫਾਈਨਾਂਸ ਇੰਸਟੀਚਿਊਟ ਦੀ ਗਲਤੀ ਆ, ਪਰ ਡਿਫਾਲਟਰ ਤੁਸੀਂ ਹੋ, ਜਿਵੇਂ ਕਿ ਸਾਡੇ ਨਾਲ ਹੋਇਆ। ਮਤਲਬ ਡਿਫਾਲਟਰ ਆਮ ਜਨਤਾ, ਆਮ ਲੋਨ ਲੈਣ ਵਾਲਾ ਵਿਚਾਰਾ ਹੈ, ਚਾਹੇ ਉਹ ਵਿਚਾਰੇ ਨੇ ਸਾਰੀਆਂ ਕਿਸ਼ਤਾਂ ਟਾਈਮ ਤੇ ਦੇਤੀਆਂ, ਜੇ ਇਹਨਾਂ ਨੇ ਕਲੈਰੀਕਲ ਮਿਸਟੇਕ ਵੀ ਹੋਈ ਤਾਂ ਤੁਸੀਂ ਡਿਫਾਲਟਰ। ਹਾਂਜੀ। ਜਿੱਦਾਂ ਕਿ ਲਗਭਗ ਪਿਛਲੇ 3 ਸਾਲ ਤੋਂ ਤੁਸੀਂ ਡਿਫਾਲਟਰ ਚੱਲ। ਹਾਂ, ਅਸੀਂ ਪਿਛਲੇ 3 ਸਾਲ ਤੋਂ ਅਸੀਂ ਡਿਫਾਲਟਰ ਹੀ ਚੱਲ ਰਹੇ ਹਾਂ, ਕਿਉਂਕਿ ਅਗਰ ਅਸੀਂ ਲੋਨ ਨਾ ਅਪਲਾਈ ਕਰਦੇ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਅਸੀਂ ਡਿਫਾਲਟਰ ਹਾਂ। ਜੀ ਬਿਲਕੁਲ ਠੀਕ ਹੈ। ਸੋ ਕੁੱਲ ਮਿਲਾ ਕੇ ਹੁਣ ਕੀ ਮੰਗ ਕਰਦੇ ਹੋ? ਜਾਂ ਤੁਸੀਂ ਪਿਛਲੀ ਵਾਰੀ ਜਿਵੇਂ ਨੋਟਿਸ ਭੇਜਿਆ, ਸੋ ਹੁਣ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਡਿਫਾਲਟਰ ਹਾਂ, ਮੇਰੀ ਰੈਪੂਟੇਸ਼ਨ ਡੈਮੇਜ ਹੋਈ ਹੈ, ਕੀ ਤੁਸੀਂ ਹੁਣ ਰੈਪੂਟੇਸ਼ਨ ਦਾ ਕੋਈ ਇਹਨਾਂ ਤੋਂ ਡੈਮਰੇਜ ਮੰਗੋਗੇ, ਕੀ ਕਰੋਗੇ? ਅਸੀਂ ਜੀ ਫਿਲਹਾਲ ਅਸੀਂ ਇਹਨਾਂ ਤੋਂ ਅਸੀਂ ਇਹਨਾਂ ਨੂੰ ਇੱਕ ਚਿੱਠੀ ਪਾਈ ਆ ਵੀ ਸਾਨੂੰ ਦੱਸਿਆ ਜਾਵੇ ਵੀ ਇਹ ਕਿਸ ਚੀਜ਼ ਦੇ ਪੈਸੇ ਆ ਜੀ, ਉਹਦੇ ਜਵਾਬ ਆਉਂਦੇ ਡਿਸਾਈਡ ਕਰਾਂਗੇ ਵੀ ਇਹਨਾਂ ਨਾਲ ਕੀ ਕੀਤਾ ਜਾਵੇ ਜੀ। ਸੋ ਬੇਸਿਕਲੀ ਸਿੱਧੇ ਸ਼ਬਦਾਂ 'ਚ, ਜੇ ਇਹਨਾਂ ਨੇ ਇਹ ਨਹੀਂ, ਜਿੱਦਾਂ ਪਿਛਲੀ ਵਾਰ ਵੀ ਇਹਨਾਂ ਨੇ ਕੀਤਾ, ਗਲਤੀ ਇੱਕ ਵਾਰ ਹੁੰਦੀ ਹੈ, ਬਾਰ-ਬਾਰ ਥੋੜ੍ਹੀ ਹੁੰਦੀ ਹੈ, ਦੂਜੀ ਵਾਰ ਵੀ ਕਰਤਾ। ਸੋ ਇਹ ਹੋ ਸਕਦਾ ਹੈ ਜੇ ਤੁਹਾਨੂੰ ਇਹਨਾਂ ਦੀ ਕਾਰਵਾਈਆਂ ਤੋਂ ਸੈਟਿਸਫੈਕਸ਼ਨ ਨਾ ਹੋਵੇ ਤੇ ਤੁਸੀਂ ਇਹਨਾਂ 'ਤੇ ਡੈਮਰੇਜ ਪਾਓ। ਡੈਮਰੇਜ ਵੀ ਪਾਵਾਂਗੇ ਜੀ, ਅਸੀਂ ਇਸ ਵਾਰ ਕੋਰਟ ਜਾਵਾਂਗੇ। ਪਿਛਲੀ ਵਾਰੀ ਅਸੀਂ ਇਹਨਾਂ ਨੂੰ ਇੱਕ ਵਕੀਲ ਦੇ ਥਰੂ ਨੋਟਿਸ ਭੇਜਿਆ ਸੀ, ਮਾਗੇ ਲੀਗਲ ਨੋਟਿਸ ਭੇਜਿਆ ਸੀ। ਉਦੋਂ ਬਾਅਦ ਇਹਨਾਂ ਦੇ ਆਫਿਸਰ ਵਗੈਰਾ ਦਿੱਲੀ ਦੇ, ਚੰਡੀਗੜ੍ਹ ਦੇ ਲੋਕਾਂ ਨੇ ਫੋਨ ਆਏ ਜਾਂ ਆ ਕੇ ਮਿਲੇ, ਤਾਂ ਅਸੀਂ ਕਹਿਤਾ ਸੀ ਵੀ ਯਾਰ ਹੁਣ ਤੁਹਾਡੇ ਨਾਲ ਅਸੀਂ ਕੋਈ ਵਾਸਤਾ ਨਹੀਂ ਰੱਖਣਾ, ਇਨ ਫਿਊਚਰ ਵੀ ਫਾਈਨੈਂਸ਼ੀਅਲ ਕੋਈ ਅਸੀਂ ਤੁਹਾਡੇ ਨਾਲ ਲੈਣ ਦੇਣ ਨਹੀਂ ਕਰਾਂਗੇ। ਠੀਕ ਹੈ ਜੀ, ਇਹਨਾਂ ਦੀ ਸਜ਼ਾ ਇਹੀ ਆ। ਤੇ ਹੁਣ ਵੀ ਅਗਰ ਹੁਣ ਵੀ ਇਹਨਾਂ ਨੇ ਕੁਛ ਨਾ ਕੀਤਾ ਤਾਂ ਹੁਣ ਅਸੀਂ ਇਹਨਾਂ 'ਤੇ ਮਾਗੇ ਮਾਨਹਾਨੀ ਦਾ ਦਾਅਵਾ ਵੀ ਕਰਾਂਗੇ ਜੀ। ਤੇ ਹੋਰ ਕੁਝ ਕਹਿਣਾ ਚਾਹੋਗੇ? ਨਹੀਂ, ਬਸ ਸ਼ੁਕਰੀਆ ਜੀ। ਥੈਂਕ ਯੂ ਸਰ। ਸੋ ਦੋਸਤੋ, ਇਹ ਸੀਗਾ ਇੱਕ ਜਨਕ ਰਾਜ ਗੋਇਲ, ਜਿਹੜੇ ਕਿ ਇੱਕ ਟਰਾਂਸਪੋਰਟ ਕਾਰੋਬਾਰੀ ਹੈ। 6 ਕਰੋੜ ਦੀ ਟਰਨਓਵਰ ਹੈ ਉਹ ਦੱਸ ਰਹੇ ਨੇ, ਔਰ ਇਹਨਾਂ ਵੱਲੋਂ ਹਰ ਕਿਸ਼ਤ ਟਾਈਮ 'ਤੇ ਦੇਣ ਦੇ ਬਾਵਜੂਦ ਇੱਕ ਕਲੈਰੀਕਲ ਮਿਸਟੇਕ ਵੱਲੋਂ ਸਿਰਫ ਸੁੰਦਰਮ ਫਾਈਨਾਂਸ ਜਾਂ ਕਿਸੇ ਵੀ ਹੋਰ ਵੀ NBFC ਵੀ ਹੋ ਸਕਦੀ ਹੈ, ਇੱਕ ਵਾਰ ਨਹੀਂ ਬਲਕਿ 2 ਵਾਰ ਇਹਨਾਂ ਨਾਲ ਹੋ ਚੁੱਕਾ ਹੈ ਕਿ ਇਹ ਕਲੈਰੀਕਲ ਮਿਸਟੇਕ ਦੇ ਕਾਰਨ ਇਹ ਪਿਛਲੇ 3 ਸਾਲ ਤੋਂ ਡਿਫਾਲਟਰ ਚੱਲ ਰਹੇ ਨੇ। ਜਿੱਦਾਂ ਕਿ ਗੋਇਲ ਸਾਹਿਬ ਦਾ ਦੱਸਣਾ ਹੈ ਕਿ ਸੀਨੀਅਰ ਸਿਟੀਜ਼ਨ ਨੇ, ਔਰ ਇਹਨਾਂ ਨੂੰ ਬਾਰ-ਬਾਰ ਚੱਕਰ ਕੱਟਣੇ ਪਏ। ਲਗਭਗ 3 ਮਹੀਨੇ ਜਦੋਂ ਇਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਇਹਨਾਂ ਨੇ ਨੋਟਿਸ ਭੇਜਿਆ, ਲੀਗਲ ਨੋਟਿਸ ਭੇਜਿਆ ਸੁੰਦਰਮ ਫਾਈਨਾਂਸ ਦੇ ਜਿਹੜੇ ਚੇਅਰਮੈਨ MD ਦੇ ਨਾਮ 'ਤੇ। ਤਾਂ ਉਸ ਤੋਂ ਬਾਅਦ ਉਹ ਜਿਹੜਾ ਉਹਨਾਂ ਦੀ ਜਾਗ ਖੁੱਲ੍ਹਦੀ ਹੈ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦਾ ਸਿਬਲ 'ਚੋਂ ਪੈਸੇ ਤਾਂ ਜ਼ਰੂਰ ਹਟਾ ਦਿੱਤੇ ਗਏ, ਪਰ
ਅਗਲੇ 6 ਮਹੀਨੇ ਜਿੱਦਾਂ ਇਹ ਦੱਸ ਰਹੇ ਨੇ ਕਿ 6 ਮਹੀਨੇ ਇਹਨਾਂ ਨੂੰ ਹਜੇ ਵੀ ਲੱਗਣਗੇ ਸਿਬਲ ਚੋਂ ਇਹਨਾਂ ਦਾ ਜਿਹੜਾ ਕੱਲ ਉਹ ਕਿ ਧੱਬਾ ਲੱਗਿਆ ਹੋਇਆ ਇਹਨਾਂ ਦੇ ਨਾਮ ਤੇ ਕਿ ਇਹ ਇੱਕ ਬਲੈਕ ਲਿਸਟਡ ਹੈ ਜਾਂ ਰਿਸਕੀ ਸਬ ਸਟੈਂਡਰਡ ਜਿਹੜੇ ਹੈਗੇ ਹੈ ਤੋਂ ਸਟੈਂਡਰਡਾਈਜ਼ ਹੋਣ 'ਚ ਆ ਇਹਨਾਂ ਦੇ ਅੱਗਿਓਂ ਜਿਹੜਾ ਇੱਕ ਜਿਹੜਾ ਲੱਗਿਆ ਹੋਇਆ ਕਿ ਇਹ ਭਾਈ ਇਹਨਾਂ ਦੇ ਮਾਰਕਸ ਘਟੇ ਹੋਏ ਆ ਉਹਦੇ ਵਿੱਚ ਇਹਨਾਂ ਦਾ ਰੈਪੋ ਰੇਟ ਘਟਿਆ ਹੋਇਆ ਉਹ ਵਾਪਸ ਮੇਨਟੇਨ ਹੋਣ ਦੇ ਵਿੱਚ। ਸੋ ਇਹ ਇੱਕ ਜ਼ਿੰਦਾ ਜ਼ਾਦਾ ਜਿਹੜੀ ਮਿਸਾਲ ਹੈ ਜਿਹੜੀ ਕਿ ਇਹਨਾਂ ਨੇ ਦੱਸੀ ਕਿ ਕਿੱਦਾਂ NBFCs ਮਤਲਬ ਆਮ ਜਨਤਾ ਨਾਲ ਧੱਕਾ ਕਰ ਰਹੀਆਂ ਨੇ, ਸੁਣਵਾਈ ਵੀ ਕੋਈ ਨਹੀਂ ਔਰ ਇਹਨਾਂ ਨੇ ਸਿੱਧੇ ਸ਼ਬਦਾਂ 'ਚ ਸਿਬਲ ਨੂੰ ਦੀ ਮੈਨੇਜਮੈਂਟ ਨੂੰ ਵੀ ਜਿਹੜੇ ਹੈਗੇ ਹੈ ਉੱਥੇ ਵੀ ਚੈੱਕ ਰੱਖਣ ਦੀ ਗੱਲ ਕੀਤੀ ਹੈ। RBI ਨੂੰ ਰਿਕੁਐਸਟ ਕੀਤੀ ਹੈ ਕਿ ਚੈੱਕ ਰੱਖਿਆ ਜਾਣਾ ਚਾਹੀਦਾ ਸਿਬਲ ਤੇ ਸਿਬਲ ਵਰਗੇ ਪਲੇਟਫਾਰਮ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਮਤਲਬ ਇੱਕ ਆਮ ਜਨਤਾ ਦਾ ਸ਼ੋਸ਼ਣ ਹੋ ਰਿਹਾ। ਇੱਦਾਂ ਹੀ ਵੱਖ-ਵੱਖ ਮੁੱਦੇ फिर रूबरू होते रहेंगे। देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।